ਉਹਨਾਂ ਦੇ ਹਿਸਾਬ ਦੇ ਨਾਲ ਇਨਸਾਨ ਹਮੇਸ਼ਾ ਸਿਰਫ ਉਦੋਂ ਹੀ ਦੁਖੀ ਹੁੰਦਾ ਜਦੋਂ ਉਹਦੇ ਮਨ ਦੀ ਮਨੋਕਾਮਨਾ ਪੂਰੀ ਨਹੀਂ ਹੁੰਦੀ। ਮੇਰੇ ਹਿਸਾਬ ਦੇ ਨਾਲ ਤਾਂ ਦੁੱਖ ਦਾ ਸਭ ਤੋਂ ਮੂਲ ਕਾਰਨ ਹੈ ਤੁਹਾਡੇ ਮਨ ਦੀ ਨਾ ਪੂਰੀ ਹੋਣਾ। ਅਗਰ ਜ਼ਿੰਦਗੀ 'ਚ ਤੁਹਾਡੇ ਪ੍ਰੋਬਲਮ ਹੈਗੀ ਹੈ ਤੇ ਉਹਦਾ ਸੋਲੂਸ਼ਨ ਵੀ ਪਰਮਾਤਮਾ ਨੇ ਤੁਹਾਨੂੰ ਨਾਲ ਦਿੱਤਾ ਹੋਇਆ। ਜ਼ਿੰਦਗੀ ਦੀ ਪ੍ਰੋਬਲਮਸ ਹੈਗੀਆਂ, ਉਹਦੇ ਲਈ ਸਾਡੇ ਰਿਸ਼ੀ ਮੁਨੀਆਂ ਨੇ ਵੇਦਾਂ ਦਾ ਗਿਆਨ ਦਿੱਤਾ ਹੋਇਆ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਜੋਤਿਸ਼ ਦਾ ਇੱਕ ਸਿਸਟਮ ਬਣਾਇਆ ਹੋਇਆ। ਡਿਪੈਂਡ ਕਰਦਾ ਤੁਹਾਡੇ ਦੁੱਖ ਦਾ ਮੂਲ ਕਾਰਨ ਕੀ ਹੈ ਔਰ ਤੁਸੀਂ ਕਿਉਂ ਦੁਖੀ ਹੋ। ਡਿਪਰੈਸ਼ਨ ਕਿਸੇ ਵੀ ਤਰੀਕੇ ਦੀ ਬਿਮਾਰੀ ਦੀ ਸ਼੍ਰੇਣੀ ਦੇ ਵਿੱਚ ਨਹੀਂ ਆਉਂਦਾ। ਸਾਡੀ ਨੈਚੁਰੋਪੈਥੀ ਸਾਇੰਸ ਨੇ ਸਾਡੇ ਸਰੀਰ ਦੀ ਫਿਜ਼ੀਕਲ ਫਾਰਮ ਦੇ ਨਾਲ ਇੱਕ ਹੋਰ ਸਰੀਰ ਦੀ ਖੋਜ ਕੀਤੀ, ਸਾਡੇ ਪ੍ਰਾਚੀਨ ਰਿਸ਼ੀਆਂ ਮੁਨੀਆਂ, ਜਿਨ੍ਹਾਂ ਨੂੰ ਸੂਖਸ਼ਮ ਸਰੀਰ ਕਿਹਾ ਗਿਆ। ਬਸ ਜ਼ਰੂਰਤ ਆ ਉਹਨੂੰ ਪੋਜ਼ਿਟਿਵ ਅਫਰਮੇਸ਼ਨ ਦੀ, ਜ਼ਰੂਰਤ ਆ ਉਹਨੂੰ ਪੋਜ਼ਿਟਿਵ ਪ੍ਰੋਗਰਾਮਿੰਗ ਦੀ, ਜ਼ਰੂਰਤ ਆ ਉਹਨੂੰ ਸਹੀ ਮਾਰਗਦਰਸ਼ਨ ਦੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਰਵਿੰਦਰ ਸਾਨਾ ਸਵਾਗਤ ਕਰਦਾ ਤੁਹਾਡਾ ਸਰਾਹਨਾ ਨਿਊਜ਼ 'ਤੇ। ਦੋਸਤੋ, ਇਨਸਾਨ ਜਦੋਂ ਪੈਦਾ ਹੁੰਦਾ ਹੈ, ਜਦੋਂ ਇਸ ਧਰਤੀ 'ਤੇ ਆਉਂਦਾ ਹੈ ਤਾਂ ਸੁੱਖ ਦੁੱਖ ਇਨਸਾਨ ਨਾਲ ਚੱਲਦੇ ਨੇ। ਵੀਰ ਦਾ ਵਿਧਾਨ ਬਣਿਆ ਹੈ ਕਿ ਇਨਸਾਨ ਵਾਯੂਮੰਡਲ ਵਿੱਚ ਬੜੀ ਪਰੇਸ਼ਾਨ ਹੁੰਦਾ ਹੈ, ਬੜਾ ਖੁਸ਼ ਹੁੰਦਾ ਹੈ। ਲੇਕਿਨ ਕਿਹਾ ਗਿਆ ਹੈ ਕਿ ਇਨਸਾਨ ਹਮੇਸ਼ਾ 3 ਤਰੀਕੇ ਨਾਲ ਬਿਮਾਰ ਹੁੰਦਾ ਹੈ। ਪਹਿਲਾ ਜਿਹੜਾ ਬਿਮਾਰ ਹੁੰਦਾ ਹੈ शारीरिक रूप तो, दूसरा बीमार मानसिक रूप तो, तीसरा बीमार समाजिक रूप तो। कई इंसान इस बीमारियां ना 3 तरह की बीमारियां मैं दस रहा सारी जिंदगी लड़ते लेंदे ने। पैसा तो बड़ा होंदा इंसान को, पर सुख शांति समृद्धि नहीं होंदी। कई प्रॉब्लम्स क्रिएट होंदियां ने, चाहे वो रोडपति होवे चाहे वो करोड़पति होवे। ਇਹਦੇ ਕਾਰਨ ਕਦੇ ਜਾਣਨ ਦੀ ਕੋਸ਼ਿਸ਼ ਕੀਤੀ ਹੈ? ਅਸੀਂ ਅਗਰ ਸਰੀਰਕ ਰੂਪ ਤੋਂ ਬਿਮਾਰ ਹੋ ਜਾਂਦੇ ਹਾਂ, ਅਸੀਂ ਫਟਾਫਟ ਡਾਕਟਰ ਕੋਲ ਭੱਜਦੇ ਹਾਂ। ਡਾਕਟਰ ਮੈਡੀਸਿਨ ਲਿਖ ਦਿੰਦਾ, ਬਹੁਤ ਕੁਝ ਲਿਖ ਦਿੰਦਾ, ਅਸੀਂ ਖਾਂਦੇ ਰਹਿੰਦੇ ਹਾਂ, ਅਸੀਂ ਪਰਹੇਜ਼ ਕਰਦੇ ਰਹਿੰਦੇ ਹਾਂ। ਇਹਦਾ ਸਰੀਰਕ ਰੂਪ ਤੋਂ ਗਿਆ। ਅੱਛਾ, ਜਦੋਂ ਅਸੀਂ ਮਾਨਸਿਕ ਰੂਪ ਤੋਂ ਬਿਮਾਰ ਹੁੰਦੇ ਹਾਂ, ਫਿਰ ਅਸੀਂ ਪੰਡਤਾਂ ਕੋਲ ਚਲ ਜਾਂਦੇ ਹਾਂ। ਅਸੀਂ ਵੱਡੇ ਕਹਿੰਦੇ ਨੇ ਮੌਲਵੀਆਂ ਕੋ, ਬੰਗਾਲੀ ਤਾਂਤਰਿਕਾਂ ਕੋਲ ਚਲ ਜਾਂਦੇ ਹਾਂ ਕਿ ਸਾਡਾ ਜੀ ਆਹ ਨਹੀਂ ਹੋ ਰਿਹਾ, ਫਲਾਣਾ ਨਹੀਂ ਹੋ ਰਿਹਾ, ਬਹੁਤ ਕੁਛ ਮਤਲਬ ਸੰਘਰਸ਼ ਕਰਦੇ ਰਹਿੰਦੇ ਹਾਂ ਠੀਕ ਹੋਣ ਦਾ। ਲੇਕਿਨ ਇਹ ਸਭ ਕਹਿੰਦੇ ਨੇ ਤੁਹਾਡੇ ਗ੍ਰਹਿਾਂ ਦਾ ਖੇਡ ਹੈ। ਤੁਹਾਡੇ ਅੰਦਰ ਸਭ ਕੁਛ ਹੈ ਪਰ ਤੁਸੀਂ ਪਹਿਚਾਣ ਨਹੀਂ ਪਾ ਰਹੇ ਹੋ। ਇਸੀ ਚੀਜ਼ ਉੱਤੇ ਅਸੀਂ ਵਿਚਾਰ ਵਿਮਰਸ਼ ਕਰਾਂਗੇ। ਸਾਡੇ ਨਾਲ ਜੋ ਵਿਅਕਤੀ ਜੁੜ ਰਹੇ ਨੇ ਉਹ ਤੁਹਾਨੂੰ ਆਪਣੇ ਸਰਲ ਤਰੀਕੇ ਨਾਲ ਸਮਝਾਉਣਗੇ ਕਿ ਜ਼ਿੰਦਗੀ ਵਿੱਚ ਅਗਰ ਆਏ ਹਾਂ ਜਾਂ ਸਮਾਜ ਵਿੱਚ ਜਾਂ ਇਸ ਪ੍ਰਿਥਵੀ 'ਤੇ ਆਏ ਹਾਂ ਤਾਂ ਕਿਸ ਤਰ੍ਹਾਂ ਰਹਿਣਾ ਅਤੇ ਕਿਸ ਤਰ੍ਹਾਂ ਜੀਣਾ ਹੈ, ਕਿਸ ਤਰ੍ਹਾਂ ਸੁੱਖ ਦੁੱਖ ਨਾਲ ਲੜਨਾ ਹੈ, ਕਿਸ ਤਰ੍ਹਾਂ ਆਪਣੀ ਬਿਮਾਰੀਆਂ ਨੂੰ ਖ਼ਤਮ ਕਰਨਾ ਹੈ। ਇਹ ਬਹੁਤ ਹੀ ਕਹਿੰਦੇ ਨੇ ਇੱਕ ਸਰਲ ਤਰੀਕੇ ਨਾਲ ਤੁਹਾਨੂੰ ਸਮਝਾਉਣਗੇ। ਬਿਲਕੁਲ ਜੀ, ਸਾਡੇ ਨਾਲ ਡਾਕਟਰ ਨਵਜੋਤਪੁਰੀ ਜੀ ਜੁੜ ਚੁੱਕੇ ਨੇ। ਮੈਂ ਕਹਿ ਦੇਵਾਂ, ਚਾਹੇ ਇਹਨਾਂ ਨੂੰ ਤੁਸੀਂ ਡਾਕਟਰ ਕਹਿ ਲਓ, ਚਾਹੇ ਇਹਨਾਂ ਨੂੰ ਤੁਸੀਂ ਪੰਡਤ ਕਹਿ ਲਓ, ਚਾਹੇ ਇਹਨਾਂ ਨੂੰ ਤੁਸੀਂ ਸਾਇੰਟਿਸਟ ਕਹਿ ਲਓ, ਜੋ ਮਰਜ਼ੀ ਕਹਿ ਲਓ, ਇਹ ਤੁਹਾਡੀ ਲੈਂਗੁਏਜ ਹੈ। ਲੇਕਿਨ ਇਹ ਤੁਹਾਡੇ ਅੰਦਰਲੀ ਸ਼ਕਤੀਆਂ ਨਾਲ ਤੁਹਾਡਾ ਪਰਿਚੈ ਕਰਾਂਗੇ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਰਾਹਨਾ ਨਿਊਜ਼ 'ਤੇ। ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਇੱਕ ਛੋਟੀ ਜਿਹੀ ਸਰਲ ਰੂਪ ਤੋਂ ਗੱਲ ਹੈ ਕਿ ਇਨਸਾਨ ਪਰੇਸ਼ਾਨ ਕਿਉਂ ਹੁੰਦਾ ਹੈ? ਦੇਖੋ, ਬੇਸਿਕਲੀ ਪਰੇਸ਼ਾਨੀ ਦੇ ਬਹੁਤ ਸਾਰੇ ਕਾਰਨ ਹੈ। ਸਾਡੇ ਸ਼ਾਸਤਰਾਂ ਨੇ, ਸਾਡੇ ਰਿਸ਼ੀ ਮੁਨੀਆਂ ਨੇ, ਸਾਡੇ ਅੱਛੇ ਜਿਹੜੇ ਰਿਸਰਚਰ ਰਹੇ ਆ, ਜਾਂ ਮੈਂ ਉਹਨਾਂ ਨੂੰ ਸਾਇੰਟਿਸਟ ਹੀ ਕਹੂੰਗਾ, ਪ੍ਰਾਚੀਨ ਟਾਈਮ 'ਤੇ ਉਹਨਾਂ ਨੂੰ ਰਿਸ਼ੀ ਮੁਨੀ ਜਾਂ ਸੰਤ ਮਹਾਤਮਾ ਕਹਿੰਦੇ ਸੀਗੇ। ਉਹਨਾਂ ਦੇ ਹਿਸਾਬ ਦੇ ਨਾਲ ਇਨਸਾਨ ਹਮੇਸ਼ਾ ਸਿਰਫ ਉਦੋਂ ਹੀ ਦੁਖੀ ਹੁੰਦਾ ਜਦੋਂ ਉਹਦੇ ਮਨ ਦੀ ਮਨੋਕਾਮਨਾ ਪੂਰੀ ਨਹੀਂ ਹੁੰਦੀ। ਮੇਰੇ ਹਿਸਾਬ ਦੇ ਨਾਲ ਤਾਂ ਦੁੱਖ ਦਾ ਸਭ ਤੋਂ ਮੂਲ ਕਾਰਨ ਹੈ ਤੁਹਾਡੇ ਮਨ ਦੀ ਨਾ ਪੂਰੀ ਹੋਣਾ। ਫਿਰ ਕਿਸ ਤਰ੍ਹਾਂ ਜਦੋਂ ਆਦਮੀ ਦੁਖੀ ਹੁੰਦਾ ਹੈ, ਕਈ ਤਾਂ ਆਦਮੀ ਇੰਨਾ ਦੁਖੀ ਹੋ ਜਾਂਦੇ ਨੇ ਕਿ ਆਤਮ ਹੱਤਿਆ ਤੱਕ ਸੋਚਣ ਲੱਗ ਪੈਂਦੇ ਨੇ। ਕਈ ਇੰਨੇ ਦੁਖੀ ਹੋ ਜਾਂਦੇ ਨੇ ਕਿ ਉਹ ਬਿਮਾਰ ਹੋ ਜਾਂਦੇ ਨੇ। ਕਈ ਇੰਨੇ ਦੁਖੀ ਹੋ ਜਾਂਦੇ ਨੇ ਕਦੇ ਆਪਣਾ BP, ਆਪਣਾ ਸ਼ੂਗਰ, ਮਤਲਬ ਕਾਫੀ ਬਿਮਾਰੀਆਂ ਤੋਂ ਗ੍ਰਸਤ ਹੋ ਜਾਂਦੇ ਨੇ। ਚਲੋ, ਹੁਣ ਦੁਖੀ ਇਨਸਾਨ ਕਿਸ ਤਰ੍ਹਾਂ ਸਮਾਜ ਵਿੱਚ ਵਿਚਰੇ ਕਿ ਉਹ ਦੁੱਖ ਨਾਲ ਲੜ ਸਕੇ? ਦੇਖੋ, ਬੇਸਿਕਲੀ ਇਹਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਸਮਝਣਾ ਪਊਗਾ ਕਿ ਦੁੱਖ ਦਾ ਮੂਲ ਕਾਰਨ ਕੀ ਹੈ, ਕਿਸ ਵਜ੍ਹਾ ਨਾਲ ਉਹ ਦੁਖੀ ਹੋ ਰਿਹਾ। ਹਰ ਚੀਜ਼ ਦਾ ਅਗਰ ਜ਼ਿੰਦਗੀ 'ਚ ਤੁਹਾਡੇ ਪ੍ਰੋਬਲਮ ਹੈਗੀ ਹੈ ਤੇ ਉਹਦਾ ਸੋਲੂਸ਼ਨ ਵੀ ਪਰਮਾਤਮਾ ਨੇ ਤੁਹਾਨੂੰ ਨਾਲ ਦਿੱਤਾ ਹੋਇਆ। ਅਗਰ ਸਰੀਰਕ ਪ੍ਰੋਬਲਮ ਹੈ ਤੇ ਸਾਡੇ ਪ੍ਰਾਚੀਨ ਟਾਈਮ ਤੋਂ ਵੈਦ ਚੱਲੇ ਆ ਰਹੇ ਨੇ, ਉਸ ਤੋਂ ਬਾਅਦ ਉਹ ਆਯੁਰਵੇਦਾਚਾਰੇ ਬਣ ਗਏ। ਅੱਜ ਕੱਲ੍ਹ ਦੀ ਟਰਮਸ ਦੇ ਵਿੱਚ ਉਹਨਾਂ ਨੂੰ ਡਾਕਟਰ ਦੀ ਕੈਟੇਗਰੀ ਦੇ ਦਿੱਤੀ ਜਾਂਦੀ, ਜਿਹੜੇ ਐਲੋਪੈਥਿਕ ਸਾਇੰਸ ਦੇ ਉੱਤੇ ਰਿਸਰਚ ਕਰਦੇ ਆ ਜਾਂ ਪ੍ਰੈਕਟਿਸ ਕਰਦੇ ਆ। ਹੁਣ ਜੇ ਤੁਹਾਨੂੰ ਕੋਈ ਜ਼ਿੰਦਗੀ ਦੀ ਪ੍ਰੋਬਲਮਸ ਹੈਗੀਆਂ, ਉਹਦੇ ਲਈ ਸਾਡੇ ਰਿਸ਼ੀ ਮੁਨੀਆਂ ਨੇ ਵੇਦਾਂ ਦਾ ਗਿਆਨ ਦਿੱਤਾ ਹੋਇਆ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਜੋਤਿਸ਼ ਦਾ ਇੱਕ ਸਿਸਟਮ ਬਣਾਇਆ ਹੋਇਆ। ਕੋਈ ਮੰਨਦਾ ਕੋਈ ਨਹੀਂ ਮੰਨਦਾ, ਇਹ ਇੱਕ ਅਲੱਗ ਵਿਸ਼ੇ ਹੈ। ਲੇਕਿਨ ਜੋਤਿਸ਼ ਇੱਕ ਸਾਇੰਸ ਹੈ।
ਅਗਰ ਇਹਨੂੰ ਸਹੀ ਤਰੀਕੇ ਨਾਲ ਸਮਝਿਆ ਜਾਵੇ ਤੇ ਜੋਤਿਸ਼ ਤੋਂ ਵੀ ਨਿਦਾਨ ਪਾਇਆ ਜਾਂਦਾ। ਤੀਸਰਾ, ਕਈ ਵਾਰ ਸੋਸ਼ਲ ਪਲੇਟਫਾਰਮ ਤੇ ਜਾਂ ਘਰ ਦੀ ਕੋਈ ਘਰੇਲੂ ਸਮੱਸਿਆ ਹੁੰਦੀ ਹੈ ਜਿਹਦੇ ਕਾਰਨ ਇਨਸਾਨ ਦੁਖੀ ਹੈ, ਉਹਦੇ ਲਈ ਫਿਰ ਕੋਈ ਨਾ ਕੋਈ ਲੀਗਲ ਐਡਵਾਈਜ਼ਰ ਬਣਾਇਆ ਜਾਂਦਾ ਹੈ ਜਿਹੜਾ ਤੁਹਾਨੂੰ ਸਹੀ ਤਰੀਕੇ ਦਾ ਮਾਰਗਦਰਸ਼ਨ ਦਿੰਦਾ, ਜਾਂ ਫਿਰ ਘਰ ਦੇ ਬੜੇ ਬਜ਼ੁਰਗਾਂ ਤੋਂ ਬੈਠ ਕੇ ਅਸੀਂ ਸਮਾਧਾਨ ਪ੍ਰਾਪਤ ਕਰ ਸਕਦੇ ਹਾਂ। ਡਿਪੈਂਡ ਕਰਦਾ ਤੁਹਾਡੇ ਦੁੱਖ ਦਾ ਮੂਲ ਕਾਰਨ ਕੀ ਹੈ ਔਰ ਤੁਸੀਂ ਕਿਉਂ ਦੁਖੀ ਹੋ। ਸਿੰਪਲ ਜਿਹਾ ਸਵਾਲ ਦਾ ਜਵਾਬ ਹੈ। ਇਸ ਤੋਂ ਇਲਾਵਾ ਤੁਸੀਂ ਕੀ ਪੁੱਛਣਾ ਚਾਹੁੰਦੇ? ਮੈਂ ਪੁੱਛਣਾ ਚਾਹਣਾ, ਕਦੇ ਕਦੇ ਆਦਮੀ ਇੰਨਾ ਦੁਖੀ ਜਾਂਦਾ, ਡਿਪਰੈਸ਼ਨ ਚਲਾ ਜਾਂਦਾ। ਜੀ। ਹੁਣ ਤੁਸੀਂ ਜੋਤਿਸ਼ ਦੀ ਗੱਲ ਕੀਤੀ, ਜੀ। ਕਈ ਲੋਕ ਅੱਜ ਕੱਲ੍ਹ ਬੜੇ ਐਡਵਾਂਸ ਨੇ, ਪੜ੍ਹੇ ਲਿਖੇ ਨੇ, ਬਿਲਕੁਲ ਪੜ੍ਹੇ ਲਿਖੇ ਨੇ, ਉਹ ਜਲਦੀ ਵਿਸ਼ਵਾਸ ਨਹੀਂ ਕਰਦੇ ਇਹ ਸਭ ਚੀਜ਼ਾਂ। ਆਪਾਂ ਹੁਣ ਜਿੱਦਾਂ ਡਿਪਰੈਸ਼ਨ ਚਲੇ ਗਏ ਜੀ, ਜਾਂ ਬਿਮਾਰ ਹੋ ਗਏ, ਹਾਂਜੀ, ਹੁਣ ਆਪਣੇ ਕੋਲ ਇੱਕ ਮੁੱਦਾ ਆ ਗਿਆ, ਤੁਸੀਂ ਡਿਪਰੈਸ਼ਨ ਨੂੰ ਮੇਨ ਪੁਆਇੰਟ ਦੇ ਦਿੱਤਾ। ਦੇਖੋ ਡਿਪਰੈਸ਼ਨ ਕੀ ਹੈ? ਡਿਪਰੈਸ਼ਨ ਕਿਸੇ ਵੀ ਤਰੀਕੇ ਦੀ ਬਿਮਾਰੀ ਦੀ ਸ਼੍ਰੇਣੀ ਦੇ ਵਿੱਚ ਨਹੀਂ ਆਉਂਦਾ। ਇਹ ਇੱਦਾਂ ਮੇਰਾ ਮੰਨਣਾ ਤੇ ਸਾਡੇ ਨੈਚੁਰੋਪੈਥ ਪ੍ਰੈਕਟੀਸ਼ਨਰਾਂ ਦਾ ਮੰਨਣਾ ਹੈ। ਡਿਪਰੈਸ਼ਨ ਇੱਕ ਐਸਾ ਮਾਨਸਿਕ ਅਵਸਾਦ ਹੈ, ਜਾਂ ਤਾਂ ਇਨਸਾਨ ਫਿਊਚਰ ਬਾਰੇ ਡਿਪਰੈਸ ਹੈ ਵੀ ਮੇਰੇ ਫਿਊਚਰ 'ਚ ਕੀ ਬਣੂਗਾ, ਜਾਂ ਉਹ ਪਾਸਟ ਨੂੰ ਲੈ ਕੇ ਚੀਜ਼ ਨੂੰ ਪਕੜ ਕੇ ਬੈਠਾ ਹੈ, ਉਹਦਾ ਹੀ ਨਾਮ ਡਿਪਰੈਸ਼ਨ ਹੈ। ਇਹਨੂੰ ਆਪਾਂ ਅਗਰ ਲਾਈਫ ਸਟਾਈਲ ਡਿਸਆਰਡਰ ਕਹਿ ਦਈਏ ਤੇ ਬਹੁਤ ਆਸਾਨ ਹੋਊਗਾ। ਯਾਨੀ ਕਿ ਤੁਸੀਂ ਆਪਣੀ ਅੱਛੀ ਜੀ ਜ਼ਿੰਦਗੀ ਨੂੰ ਚੱਲਦੇ ਚੱਲਦੇ ਕੋਈ ਤੁਹਾਡੀ ਜ਼ਿੰਦਗੀ 'ਚ ਐਸਾ ਪ੍ਰੋਬਲਮ ਆਇਆ, ਐਸਾ ਦੌਰ ਆਇਆ ਜਿਹਦੇ ਕਾਰਨ ਤੁਹਾਡਾ ਕੌਨਫੀਡੈਂਸ ਲੋ ਹੋ ਗਿਆ, ਤੁਹਾਡੀ ਵਿਲ ਪਾਵਰ ਕਮਜ਼ੋਰ ਹੋ ਗਈ ਔਰ ਤੁਸੀਂ ਡਿਪਰੈਸਡ ਹੋ ਗਏ। ਇਹਨੂੰ ਇਦਾਂ ਸਮਝਣਾ ਪਊਗਾ, ਜਾਂ ਤਾਂ ਤੁਸੀਂ ਪਾਸਟ ਲਈ ਕਿਸੇ ਨੇ ਤੁਹਾਨੂੰ ਕੁਝ ਐਸਾ ਕਰਤਾ, ਜਾਂ ਤੁਹਾਡੇ ਨਾਲ ਕੋਈ ਧੋਖਾ ਹੋ ਗਿਆ, ਜਾਂ ਤੁਹਾਡੇ ਨਾਲ ਕੋਈ ਕਿਸੇ ਨੇ ਨੁਕਸਾਨ ਕਰਤਾ, ਤੁਸੀਂ ਜਾਂ ਤੁਹਾਡਾ ਕੋਈ ਆਪਣਾ ਜ਼ਿੰਦਗੀ ਤੋਂ ਚਲਾ ਗਿਆ ਜਿਹਨੂੰ ਤੁਸੀਂ ਅਸੈਪਟ ਹੀ ਨਹੀਂ ਕਰ ਪਾ ਰਹੇ। ਨੌਨ ਐਕਸੈਪਟੈਂਸ ਦਾ ਨਾਮ ਹੀ ਡਿਪਰੈਸ਼ਨ ਹੈ। ਪਹਿਲਾਂ ਤਾਂ ਇਹਨੂੰ ਕਲੀਅਰਲੀ ਸਮਝ ਲਓ। ਇਹਦੀ ਕੋਈ ਦੁਨੀਆ 'ਚ ਦਵਾਈ ਨਹੀਂ ਬਣੀ। ਇਹਦੀ ਇੱਕੋ ਇੱਕ ਦਵਾਈ ਹੈ, ਪ੍ਰੈਜ਼ੈਂਟ 'ਚ ਰਹਿਣਾ ਤੇ ਮੈਡੀਟੇਸ਼ਨ ਤੇ ਯੋਗ ਪੱਧਤੀ ਨਾਲ ਆਪਣਾ ਜੀਵਨ ਯਾਪਨ ਕਰਨਾ ਤੇ ਸਵੇਰੇ ਜਲਦੀ ਉੱਠ ਕੇ ਪੋਜ਼ਿਟਿਵ એનર્ਜੀ ਦੇ ਨਾਲ ਜੁੜਨਾ, ਜਿੰਨਾ ਤੁਹਾਡੀ ਵਿਲ ਪਾਵਰ ਸਟਰੋਂਗ ਹੋਵੇ। ਅੱਜ ਨੂੰ ਜੀਓ, ਅੱਜ ਨੂੰ ਜੀਓ, ਅੱਜ ਨੂੰ ਜੀਓ। ਕੱਲ ਤੇ ਪਰਸੋਂ ਤੁਹਾਡਾ ਜਾਂ ਤਾਂ ਫਿਊਚਰ ਜਿਹੜਾ ਉਹ ਤੁਹਾਨੂੰ ਅਗਲੇ ਦਿਨ ਪਤਾ ਲੱਗੂਗਾ ਔਰ ਤੁਹਾਡਾ ਪ੍ਰੈਜ਼ੈਂਟ ਹੀ ਤੁਹਾਡਾ ਫਿਊਚਰ ਬਣਾਉਂਦਾ। ਡਾਕਟਰ ਸਾਹਿਬ ਕਹਿਣਾ ਬੜਾ ਆਸਾਨ ਹੈ, ਜਿੰਨੀ ਕੁ ਗੱਲਾਂ ਤੁਸੀਂ ਕਹਿਤੀਆਂ ਕਿ ਡਿਪਰੈਸ਼ਨ ਤੋਂ ਕਿਵੇਂ ਬਚਿਆ ਜਾਵੇ। ਜਿਹੜਾ ਬੰਦਾ ਡਿਪਰੈਸ਼ਨ ਤੋਂ ਗੁਜ਼ਰ ਰਿਹਾ ਹੁੰਦਾ ਹੈ ਉਹਦੇ ਅੰਦਰ ਵਿਲ ਪਾਵਰ ਖਤਮ ਹੋ ਜਾਂਦੀ ਹੈ, ਬਿਲਕੁਲ ਹੋ ਜਾਂਦੀ ਹੈ, ਸੋਚਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਉਹ ਬੰਦਾ ਸਮਝ ਲਓ ਉਹਨੂੰ ਨੈਗੇਟਿਵ એનર્ਜੀ ਘੇਰ ਲੈਂਦੀ ਹੈ। ਜਿਹੜਾ ਵੀ ਬੰਦਾ ਦਿਸਦਾ ਉਹਨੂੰ ਮਤਲਬ ਹੱਸਦਾ ਹੈ, ਉਹ ਚੰਗਾ ਨਹੀਂ ਲੱਗਦਾ। ਕਿਵੇਂ ਆਪਣੇ ਆਪ ਨੂੰ ਉਹ ਪਾਵਰਸ ਕਿਵੇਂ ਕ੍ਰੀਏਟ ਕਰੇ ਕਿ ਉਹ ਡਿਪਰੈਸ਼ਨ ਨਾਲ ਲੜ ਸਕੇ ਜਾਂ ਪੋਜ਼ਿਟਿਵ ਹੋ ਸਕੇ? ਦੇਖੋ, ਮੈਂ ਫਿਰ ਤੁਹਾਨੂੰ ਦੁਬਾਰਾ ਇੱਕ ਚੀਜ਼ ਹੋਰ ਬਰੀਫਲੀ ਇਲੈਬੋਰੇਟ ਕਰਕੇ ਸਮਝਾਉਣਾ ਕਿ ਸਭ ਤੋਂ ਪਹਿਲਾਂ ਤਾਂ ਉਹ ਇੱਕ ਐਸੇ ਵਿਸ਼ੇਸ਼ੱਗ ਕੋ ਜਾਵੇ ਜਿਹੜਾ ਕਿ ਨੈਚੁਰੋਪੈਥੀ ਨਾਲ ਜੁੜਿਆ ਹੋਇਆ, ਮੈਡੀਟੇਸ਼ਨ ਨਾਲ ਜੁੜਿਆ ਹੋਇਆ, ਧਿਆਨ ਪੱਧਤੀ ਨਾਲ ਜੁੜਿਆ ਹੋਇਆ। ਸਭ ਤੋਂ ਸਿੰਪਲ ਤਰੀਕਾ, ਕਿਉਂਕਿ ਆਮ ਇਨਸਾਨ ਨੂੰ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਉਹ ਇਹੀ ਸੋਚਦਾ ਵੀ ਹਰ ਚੀਜ਼ ਦੀ ਦਵਾਈ ਬਣੀ ਹੈ। ਲੇਕਿਨ ਦਵਾਈ ਕਈ ਤਰੀਕੇ ਦੀ ਫਾਰਮ ਦੇ ਵਿੱਚ ਹੁੰਦੀ ਹੈ। ਜ਼ਰੂਰੀ ਨਹੀਂ ਹੈ ਕਿ ਤੁਸੀਂ ਕੋਈ ਫਿਜ਼ੀਕਲ ਫਾਰਮ ਦੇ ਵਿੱਚ ਦਵਾਈ ਲਓਗੇ ਤਾਂ ਤੁਸੀਂ ਠੀਕ ਹੋਵੋਗੇ। ਆਯੁਰਵੇਦ ਦੇ ਵਿੱਚ ਵੀ ਬਹੁਤ ਸਾਰੇ ਤਰੀਕੇ ਹੈ। ਕਿਉਂਕਿ ਮੈਂ ਇੱਕ ਪ੍ਰਾਕ੍ਰਿਤਿਕ ਚਿਕਿਤਸਕ ਹੈਗਾ, ਕਿਉਂਕਿ ਮੈਂ ਨੈਚੁਰੋਪੈਥੀ ਨਾਲ ਜੁੜਿਆ ਹੋਇਆ, ਕਿਉਂਕਿ ਮੈਂ ਹੀਲਿੰਗ ਸਾਇੰਸ ਨਾਲ ਜੁੜਿਆ ਹੋਇਆ, ਰੇਕੀ ਹੀਲਿੰਗ ਸਾਇੰਸ ਹੈ ਸਾਡੇ ਕੋਲ, ਕ੍ਰਿਸਟਲ ਥੈਰੇਪੀ ਨਾਲ ਜੁੜਿਆ ਹੋਇਆ, ਮੈਡੀਟੇਸ਼ਨ ਯੋਗ ਪ੍ਰਾਣਾਯਾਮ ਪੱਧਤੀ ਨਾਲ ਜੁੜਿਆ ਹੋਇਆ। ਤੇ ਇਹ ਮੈਂ ਤੁਹਾਨੂੰ ਸਮਝਾਊਂਗਾ ਕਿ ਪ੍ਰਾਣਾਯਾਮ ਪੱਧਤੀ ਜਾਂ ਫਿਰ ਧਿਆਨ ਦੀ ਪੱਧਤੀ ਜਾਂ ਕੋਈ ਵੀ ਧਿਆਨ ਵਿਸ਼ੇਸ਼ੱਗ ਕੋ ਜਦੋਂ ਤੁਸੀਂ ਜਾਣਦੇ ਹੋ ਤੇ ਉਦੋਂ ਸਭ ਤੋਂ ਪਹਿਲਾਂ ਤੁਹਾਡੀ ਕਾਉਂਸਲਿੰਗ ਕਰੂਗਾ, ਤੁਹਾਡੀ ਵਜ੍ਹਾ ਜਾਣੂਗਾ, ਫਿਰ ਤੁਹਾਨੂੰ ਥੋੜਾ ਜਿਹਾ ਗਿਆਨ ਦਊਗਾ ਤਾਂ ਕਿ ਤੁਹਾਡੇ ਗਿਆਨ ਚਕਸ਼ੂ ਖੁੱਲਣ। ਕਿਉਂਕਿ ਜਿਹੜਾ ਇੱਕ ਵਿਅਕਤੀ ਡਿਪਰੈਸ਼ਨ 'ਚ ਹੁੰਦਾ ਹੈ, ਮੇਰੇ ਕੋਲ ਬਹੁਤ ਸਾਰੇ ਜ਼ਿਆਦਾਤਰ ਕੇਸ ਹੀ ਸਾਡੇ ਕੋਲ ਸਾਈਕੋਸੋਮੈਟਿਕ ਪ੍ਰੋਬਲਮ ਦੇ ਆਉਂਦੇ ਆ, ਜਿਹਦੇ ਵਿੱਚ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ, ਬਹੁਤ ਜ਼ਿਆਦਾ ਡਿਪਰੈਸਡ ਰਹਿੰਦੇ ਨੇ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦੀ ਜੜ ਪਤਾ ਕਰੀਦੀ ਹੈ ਕਿ ਇਹ ਕਾਰਨ ਕੀ ਹੈ। ਉਸ ਤੋਂ ਇਲਾਵਾ ਵੀ ਸਾਡੇ ਕੋਲ ਬਹੁਤ ਸਾਰੇ ਐਸੀ ਪੱਧਤੀਆਂ ਹਨ, ਖਾਸ ਕਰ ਮੈਡੀਟੇਸ਼ਨ ਪੱਧਤੀ ਸਭ ਤੋਂ ਆਸਾਨ ਤਰੀਕਾ ਮੰਨਿਆ ਗਿਆ ਕਿ ਤੁਸੀਂ ਆਪਣੇ ਅੰਦਰਲੀਆਂ ਊਰਜਾਵਾਂ ਦੇ ਨਾਲ, ਕਿਉਂਕਿ ਮੈਡੀਕਲ ਸਾਇੰਸ ਫਿਜ਼ੀਕਲ ਫਾਰਮ ਦੇ ਉੱਤੇ ਜ਼ਿਆਦਾ ਉਹਨਾਂ ਨੇ ਕੰਮ ਕੀਤਾ, ਲੇਕਿਨ ਸਾਡੇ ਪ੍ਰਾਚੀਨ ਰਿਸ਼ੀ ਮੁਨੀਆਂ ਨੇ, ਸਾਡੀ ਯੋਗ ਪਰੰਪਰਾ ਦੇ ਹਿਸਾਬ ਨਾਲ ਸਾਡੇ ਆਯੁਰਵੇਦ ਨੇ ਤੇ ਸਾਡੀ ਨੈਚੁਰੋਪੈਥੀ ਸਾਇੰਸ ਨੇ ਸਾਡੇ ਸਰੀਰ ਦੀ ਫਿਜ਼ੀਕਲ ਫਾਰਮ ਦੇ ਨਾਲ ਇੱਕ ਹੋਰ ਸਰੀਰ ਦੀ ਖੋਜ ਕੀਤੀ, ਸਾਡੇ ਪ੍ਰਾਚੀਨ ਰਿਸ਼ੀਆਂ ਮੁਨੀ, ਜਿਨ੍ਹਾਂ ਨੂੰ ਸੂਖਸ਼ਮ ਸਰੀਰ ਕਿਹਾ ਗਿਆ ਹੈ। ਹੁਣ ਜਦ ਤੱਕਨ ਐਸਾ ਵਿਅਕਤੀ ਜਿਹੜਾ ਕਿ ਡਿਪਰੈਸਡ ਹੈ, ਐਂਜ਼ਾਈਟੀ ਹੈ, ਬਾਈਪੋਲਰ ਹੈ, ਕਿਸੇ ਵੀ ਤਰੀਕੇ ਦਾ ਉਹਨੂੰ ਮਾਈਂਡ ਡਿਸਆਰਡਰ ਹੈ, ਜਿਹਨੂੰ ਮਾਨਸਿਕ ਅਵਸਾਦ ਕਿਹਾ ਜਾਂਦਾ, ਜਦ ਤੱਕ ਉਹ ਮਾਨਸਿਕ ਅਵਸਾਦ ਨੂੰ ਹੀ ਸਤਰ ਤੇ ਕੰਮ ਨਹੀਂ ਕਰਦਾ ਤਦ ਤੱਕ ਉਹਨਾਂ ਨੂੰ ਰਿਜ਼ਲਟ ਨਹੀਂ ਮਿਲ ਸਕਦਾ। ਔਰ ਪਹਿਲਾਂ ਇਹਨਾਂ ਨੂੰ ਐਜੂਕੇਸ਼ਨ ਜ਼ਰੂਰੀ ਹੈ। ਜਦੋਂ ਕੋਈ ਵੀ ਵਿਅਕਤੀ ਸਾਡੇ ਕੋਲ ਆਉਂਦਾ ਹੈ ਜਾਂ ਕਿਸੇ ਵੀ ਨੈਚੁਰੋਪੈਥ ਕੋਲ ਜਾਂਦਾ ਹੈ, ਉਹ ਉਹਨਾਂ ਨੂੰ ਐਜੂਕੇਟ ਕਰਨ, ਐਜੂਕੇਸ਼ਨ ਨਾਲ, ਗਿਆਨ ਵਰਧਨ ਨਾਲ ਉਹਨਾਂ ਨੂੰ ਪਤਾ ਲੱਗੂਗਾ ਕਿ ਜੜ ਕੀ ਹੈ, ਫਿਰ ਜੜ ਤੇ ਕੰਮ ਹੋਊਗਾ ਔਰ ਰਿਜ਼ਲਟ 100% ਹੈ।
ਪ੍ਰੋਬਲਮ ਇਹ ਆ ਜਾਂਦੀ ਹੈ ਕਿ ਤੁਸੀਂ ਜਿੱਦਾਂ ਦੱਸਿਆ ਕਿ ਬੰਦਾ ਇਸ ਵਿਧੀ ਨਾਲ ਕੰਮ ਕਰੇ ਤਾਂ ਬੰਦਾ ਸੋਚੇ ਵਿਚਾਰੇ, ਲੇਕਿਨ ਪ੍ਰੋਬਲਮ ਇੱਥੇ ਆ ਜਾਂਦੀ ਹੈ ਕਿ ਉਹ ਬੜੀ ਕੋਸ਼ਿਸ਼ ਕਰਦਾ ਆਪਣੇ ਮਨ ਨੂੰ ਬਾਹਰ ਲਗਾਉਣ ਦੀ, ਉਹ ਬੜੀ ਕੋਸ਼ਿਸ਼ ਕਰਦਾ ਕਿ ਮੈਂ ਲੋਕਾਂ 'ਚ ਵਿਚਰਾਂ, ਉਹ ਬੜੀ ਕੋਸ਼ਿਸ਼ ਕਰਦਾ ਮੈਂ ਐਂਟਰਟੇਨਮੈਂਟ ਲਵਾਂ, ਲੇਕਿਨ ਉਹਦਾ ਘੁਮਾ ਫਿਰਾ ਕੇ ਫਿਰ ਦਿਮਾਗ ਉੱਥੇ ਦਾ ਉੱਥੇ ਹੀ ਆ ਜਾਂਦਾ ਹੈ, ਕਿਉਂਕਿ ਉਹ ਆਪਣੇ ਆਪ ਨਾਲ ਲੜ ਨਹੀਂ ਪਾਉਂਦਾ। ਦੇਖੋ ਮੈਂ ਤੁਹਾਨੂੰ ਫਿਰ ਵਾਪਸ ਉਹੀ ਗੱਲ ਸਮਝਾਊਂਗਾ, ਕਿਉਂਕਿ ਜਦ ਤੱਕ ਤੁਸੀਂ ਆਪਣੀ ਪਰੇਸ਼ਾਨੀ ਦਾ ਹਾਲ ਆਪ ਕੱਢਣ ਦੀ ਕੋਸ਼ਿਸ਼ ਕਰੋਗੇ ਤਦ ਤੱਕ ਰਸਤਾ ਨਹੀਂ ਮਿਲੂਗਾ। ਐਸੇ ਇੱਕ ਵਿਸ਼ੇਸ਼ज्ञ ਕੋ ਜਾਓ। ਮੈਂ ਤੁਹਾਨੂੰ ਆਪਣੀ ਹੀ ਮਿਸਾਲ ਦਿੰਦਾ, ਜਦੋਂ ਵੀ ਸਾਡੇ ਕੋਲ ਕੋਈ ਡਿਪਰੈਸ਼ਨ ਦਾ, ਐਂਜ਼ਾਈਟੀ ਦਾ ਜਾਂ ਕਿਸੇ ਵੀ ਮਾਨਸਿਕ ਅਵਸਾਦ ਦਾ ਵਿਅਕਤੀ ਆਉਂਦਾ, ਅਸੀਂ ਉਹਨਾਂ ਨੂੰ ਜੋ ਉਹਨਾਂ ਦਾ ਰੂਟੀਨ ਹੈ ਸਭ ਤੋਂ ਪਹਿਲਾਂ ਉਹ ਚੇਂਜ ਕਰਵਾਈਦਾ। ਉਹਨਾਂ ਦੇ ਰੂਟੀਨ ਦੇ ਨਾਲ ਉਹਨਾਂ ਨੂੰ ਕਾਉਂਸਲਿੰਗ ਕਰੀਦੀ ਹੈ, ਉਹਨਾਂ ਦੀ ਜੜ ਪਤਾ ਕਰੀਦੀ ਹੈ। ਜੜ ਪਤਾ ਕਰਨ ਤੋਂ ਬਾਅਦ ਅਸੀਂ ਉਹਨਾਂ ਨੂੰ ਐਸੀ ਪ੍ਰਾਕ੍ਰਿਤਿਕ ਚਿਕਿਤਸਾ ਨਾਲ ਜੁੜੀਆਂ ਹੋਈਆਂ ਪ੍ਰਾਣਾਯਾਮ, ਯੋਗ ਤੇ ਮੈਡੀਟੇਸ਼ਨ ਦੇ ਸਿਸਟਮ ਦੱਸੀਦਾ, ਹੀਲਿੰਗ ਸਾਇੰਸ ਦਾ ਸਿਸਟਮ ਦੱਸੀਦਾ, ਪਲੱਸ ਉਹਨਾਂ ਨੂੰ ਕੋਈ ਐਸੀ ਮੋਟੀਵੇਸ਼ਨਲ ਚੀਜ਼ਾਂ ਦੱਸੀ ਦੀਆਂ, ਮੋਟੀਵੇਸ਼ਨਲ ਸਪੀਕਿੰਗ ਕਰੀਦੀ ਹੈ ਜਿਨ੍ਹਾਂ ਦਾ ਉਹਦੇ ਦੀ ਮਾਈਂਡ ਪ੍ਰੋਗਰਾਮਿੰਗ ਹੁੰਦੀ ਹੈ। ਜਦੋਂ ਨੈਗੇਟਿਵ ਮਾਈਂਡ ਪ੍ਰੋਗਰਾਮਿੰਗ ਹੋਗੀ, ਇਨਸਾਨ ਡਿਪਰੈਸ਼ਨ 'ਚ ਚਲੇ ਜਾਂਦਾ, ਅਸੀਂ ਉਹਨੂੰ ਕਨਵਰਟ ਕਰਕੇ ਪੋਜ਼ਿਟਿਵ ਪ੍ਰੋਗਰਾਮਿੰਗ ਕਰੀਦੀ ਹੈ, ਜਿਹਦੇ ਨਾਲ ਉਹਨੂੰ ਪਤਾ ਲੱਗਦਾ ਹੈ ਵੀ ਜੋ ਬੀਤ ਗਿਆ ਸੋ ਬੀਤ ਗਿਆ, ਤਕਦੀਰ का शिकवा कौन करे, जो तीर कमान से निकल गया उस तीर का पीछा कौन करे। डिप्रैशन वाला व्यक्ति या तो पास्ट जी रहा या फ्यूचर की टेंशन लै रहा। डिप्रैशन कोई बड़ी बीमारी नहीं है, ਇਹਨੂੰ ਸਮਝ ਲਿੱਤਾ ਜਾਵੇ। ਐਜੂਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਡੇ ਨਾਲ ਜੁੜੋ, ਅਸੀਂ ਇਹੀ ਪ੍ਰੋਗਰਾਮ ਅੱਗੇ ਆਉਣ ਵਾਲੇ ਟਾਈਮ 'ਚ ਲੈ ਕੇ ਆ ਰਹੇ ਹਾਂ। ਨੈਚੁरोपैथी रेकी ध्यान घर घर अभियान। दूसरा रुद्रम शक्ति क्रिया एक ऐसी टेक्निक बना देती है, बहुत पावरफुल टेक्निक है। ਇਹਨੂੰ ਅਜਮਾ ਕਰ ਘਰ ਬੈਠੇ ਵਿਅਕਤੀ ਠੀਕ ਹੋ ਸਕਦਾ ਹੈ। ਬਸ ਜ਼ਰੂਰਤ ਹੈ ਉਹਨੂੰ ਪੋਜ਼ਿਟਿਵ ਅਫਰਮੇਸ਼ਨ ਦੀ, ਜ਼ਰੂਰਤ ਹੈ ਉਹਨੂੰ ਪੋਜ਼ਿਟਿਵ ਪ੍ਰੋਗਰਾਮਿੰਗ ਦੀ, ਜ਼ਰੂਰਤ ਹੈ ਉਹਨੂੰ ਸਹੀ ਮਾਰਗਦਰਸ਼ਨ ਦੀ। ਮਿਹਰਬਾਨੀ ਜੀ। ਇਹ ਡਾਕਟਰ ਨਵਜੋਤ ਪੁਰੀ ਸੀਗੇ ਜਿਨ੍ਹਾਂ ਨੇ ਸਾਡੇ ਨਾਲ ਖੁੱਲ੍ਹ ਕੇ ਗੱਲ ਕੀਤੀ ਹੈ। ਅੱਜ ਅਸੀਂ ਡਿਪਰੈਸ਼ਨ 'ਤੇ ਗੱਲ ਕੀਤੀ ਹੈ। ਆਉਣ ਵਾਲੇ ਸਮੇਂ 'ਚ ਨਵੇਂ ਐਪੀਸੋਡ 'ਚ ਕਿਸੇ ਹੋਰ ਨਵੀਂ ਚੀਜ਼ ਉੱਤੇ ਗੱਲ ਕਰਾਂਗੇ। ਬਿਲਕੁਲ ਜੀ, ਅਗਰ ਜੀਣੇ ਦੀ ਚਾਹਤ ਹੈ ਨਾ ਤਾਂ ਬੜੀ ਤੋਂ ਬੜੀ ਪ੍ਰੋਬਲਮਸ ਸੋਲਵ ਕੀਤੀਆਂ ਜਾਂਦੀਆਂ ਨੇ, ਜਦੋਂ ਕਿ ਇਹਨਾਂ ਦਾ ਕੰਮ ਹੀ ਹੈ ਕਿ ਆਦਮੀ ਨੂੰ ਸਹੀ ਦਿਸ਼ਾ ਤੇ ਦਸ਼ਾ ਤੇ ਜੀਣ ਦਾ ਤਰੀਕਾ ਸਿਖਾਉਂਦੇ ਨੇ, ਚਾਹੇ ਉਹ ਡਿਪਰੈਸ਼ਨ 'ਚ ਹੋਵੇ, ਚਾਹੇ ਉਹ ਆਰਥਿਕ ਰੂਪ ਤੋਂ ਕਮਜ਼ੋਰ ਹੋਵੇ, ਚਾਹੇ ਉਹ ਮਾਨਸਿਕ ਰੂਪ ਤੋਂ ਕਮਜ਼ੋਰ ਹੋਵੇ, ਚਾਹੇ ਉਹ ਸਰੀਰਕ ਰੂਪ ਤੋਂ ਕਮਜ਼ੋਰ ਹੋਵੇ। ਇੱਕ ਮੈਂ ਇੱਥੇ ਤੁਹਾਨੂੰ ਰੋਕ ਕੇ ਗੱਲ ਜ਼ਰੂਰ ਕਹੂੰਗਾ ਕਿ ਇੱਕ ਦਿਮਾਗ ਦੇ ਵਿੱਚ ਜਿੰਨੇ ਵੀ ਡਿਪਰੈਸ਼ਨ ਵਾਲੇ ਮਰੀਜ਼ ਇਸ ਚੀਜ਼ ਨੂੰ ਸੁਣ ਰਹੇ ਨੇ, ਪਹਿਲਾਂ ਤਾਂ ਆਪਣੇ ਆਪ ਨੂੰ ਮਰੀਜ਼ ਬਣਨਾ ਬੰਦ ਕਰ ਦੇਣ। ਦੂਸਰਾ, ਆਪਣੀ ਵਿਲ ਪਾਵਰ ਨੂੰ ਜਗਾਣ ਔਰ ਆਪਣਾ ਕੋਈ ਲਕਸ਼ ਤਿਆਰ ਕਰਨ। लक्ष्य न ओझल होने पाए, कदम मिलाकर चल, सफलता तेरे चरण चूमेगी आज नहीं तो कल। ये वर्ड अपने दिमाग दे विच बार बार शीशे के सामने होके खड़े होके अपने आप नूं बोलो। डिप्रैशन कोई नामुराद बीमारी नहीं है, ये तुहानूं तुहाडी विल पावर नूं, छुपी हुई शक्ति नूं दबाण वाली एक रस्ता है। जिद्दां ही तुहाडी छुपी हुई शक्ति तुहानूं पता लग गई, तुसीं तुरंत इस तो बाहर आ सकते हो। ਮਿਹਰਬਾਨੀ ਜੀ। ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੋਈ ਹੋਰ ਕੁਝ ਜਾਣਨਾ ਚਾਹੁੰਦੇ ਹੋ ਡਿਪਰੈਸ਼ਨ ਨੂੰ ਲੈ ਕੇ, ਤੁਹਾਡੇ ਮਨ 'ਚ ਸਵਾਲ ਹੈ, ਤਾਂ ਥੱਲੇ ਕਮੈਂਟਸ ਜ਼ਰੂਰ ਕਰਿਓ। ਤੁਹਾਡੇ ਸਵਾਲਾਂ ਦਾ ਜਵਾਬ ਅਸੀਂ ਦੇਵਾਂਗੇ ਔਰ ਤੁਹਾਡੇ ਜੋ ਵਿਚਾਰ ਨੇ ਉਹ ਜ਼ਰੂਰ ਸਾਂਝੇ ਕਰਿਓ। ਅਗਰ ਤੁਸੀਂ ਸਮਾਜ ਵਿੱਚ ਰਹਿੰਦੇ ਹੋਏ ਕਿਸੇ ਹੋਰ ਚੀਜ਼ ਤੋਂ ਗ੍ਰਸਤ ਹੋ ਜਾਂ ਕਿਸੇ ਹੋਰ ਪ੍ਰੋਬਲਮ ਤੋਂ ਗ੍ਰਸਤ ਹੋ, ਉਹ ਵੀ ਸਾਂਝੀ ਕਰਿਓ। ਠੀਕ ਹੈ, ਦਵਾਈ ਆਪਣਾ ਕੰਮ ਕਰਦੀ ਹੈ। ਕਿਤੇ ਨਾ ਕਿਤੇ ਜਦੋਂ ਕਿਸੇ ਦੀ ਕਾਉਂਸਲਿੰਗ ਕੀਤੀ ਜਾਵੇ ਤਾਂ ਉਹਦੇ ਸੋਚਣ ਦਾ, ਸਮਝਣ ਦਾ ਤਰੀਕਾ ਬਦਲਦਾ। ਉਹ ਜਦੋਂ ਤਰੀਕਾ ਬਦਲਦਾ ਤਾਂ ਜੀਣਾ ਦਾ ਤਰੀਕਾ ਬਦਲਦਾ। ਜਦੋਂ ਜੀਣ ਦਾ ਤਰੀਕਾ ਬਦਲਦਾ ਤਾਂ ਕਿਤੇ ਨਾ ਕਿਤੇ ਉਹ ਖੁਸ਼ਹਾਲ ਜਿੰਦਾ। ਪ੍ਰੋਗਰਾਮ ਕਿਹੋ ਜਿਹਾ ਲੱਗਾ, ਇਹਦੇ ਵਿਚਾਰ ਸਾਰਾ ਥੱਲੇ ਤੇ ਤੁਸੀਂ ਕਮੈਂਟਸ ਜ਼ਰੂਰ ਆਪਣੀ ਵਿਚਾਰਧਾਰਾ ਸਾਂਝੀ ਕਰਿਓ। ਫਿਰ ਇੱਕ ਵਾਰ ਨਵਜੋਤ ਪੁਰੀ ਸਾਡੇ ਨਾਲ ਜੁੜੇ ਸੀਗੇ, ਇਹਨਾਂ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਪ੍ਰੋਗਰਾਮ ਦੇਖਦੇ ਰਹੋ। ਤੁਹਾਡਾ ਆਪਣਾ ਪ੍ਰੋਗਰਾਮ ਜੀਵਨ ਕਿਵੇਂ ਜੀਏ।